ਪ੍ਰਗਾਸ ਭਇਆ ਪੂਰੇ ਗੁਰ ਬਚਦੇ। ਪੂਰਿਆ ਗੁਰਾਂ ਦਾ ਜਦੋਂ ਰਸਨਾ ਤੋਂ ਬਚਨ ਉਚਾਰਨ ਹੋ ਗਿਆ ਨਾ, ਤੇ ਸਾਡੇ ਅੰਦਰ ਕਹਿੰਦੇ ਭਾਈ ਗਿਆਨ ਦਾ ਪ੍ਰਕਾਸ਼ ਹੋ ਗਿਆ, ਸਾਡੇ ਅੰਦਰ ਸੋਝੀ ਆ ਗਈ। ਪੂਰਿਆਂ ਗੁਰਾਂ ਦੀ ਦ੍ਰਿਸ਼ਟੀ ਦੇ ਵਿੱਚ ਵੀ ਅੰਮ੍ਰਿਤ ਵਰਸਦਾ ਹੈ, ਤੇ ਜਦੋਂ ਉਹ ਰਸਨਾ ਤੋਂ ਬਚਨ ਉਚਾਰਨ ਕਰਦੇ ਆ ਤੇ ਉਹਨਾਂ ਦੀ ਰਸਨਾ ਦੇ ਵਿੱਚੋਂ ਵੀ ਅੰਮ੍ਰਿਤ ਦੀ ਵਰਖਾ ਹੁੰਦੀ ਆ। ਜਿਹੜਾ ਬਚਨ ਆਉਂਦਾ ਨਾ, ਗੁਰ ਕਾ ਬਚਨ ਬਸੈ ਜੀ ਨਾਲੇ, ਜਲ ਨਹੀਂ ਡੂਬੈ ਤਸਕਰ ਨਹੀਂ ਲੇਵੈ, ਪਾਹੇ ਨਾ ਸਕੈ ਚਾਲੇ। ਗੁਰਾਂ ਦਾ ਬਚਨ ਇਹੋ ਜਿਹਾ ਹੈ, ਅੱਗ ਸਾੜ ਨਹੀਂ ਸਕਦੀ, ਜਲ ਡੁਬੋ ਨਹੀਂ ਸਕਦਾ, ਤੇ ਚੋਰ ਜਿਸ ਨੂੰ ਚੁਰਾ ਨਹੀਂ ਸਕਦਾ। ਤੇ ਜਿਹਨੇ ਗੁਰਾਂ ਦੇ ਬਚਨ ਨੂੰ ਆਪਣੇ ਹਿਰਦੇ ਰੂਪ ਘਰ ਦੇ ਵਿੱਚ ਵਸਾ ਲਿਆ, ਲੋਕ ਪਰਲੋਕ ਦੇ ਵਿੱਚ ਉਹਨੂੰ ਕਦੇ ਜਮਾਂ ਦਾ ਡਰ, ਟੇਢੀਆਂ ਜੂਨਾਂ ਦਾ ਡਰ ਨਹੀਂ ਹੁੰਦਾ। ਆਪ ਗੁਰੂ ਸਾਹਿਬ ਉਹਦੇ ਲੋਕ ਪਰਲੋਕ ਦੇ ਸਹਾਇਕ ਹੁੰਦੇ ਆ। ਤੇ ਜਿਨ੍ਹਾਂ ਸੰਗਤਾਂ ਤੇ ਜਗਿਆਸੂਆਂ ਤੇ ਗੁਰੂ ਸਾਹਿਬ ਦੀ ਕਿਰਪਾ ਹੋਈ, ਪਹਿਲੇ ਤੇ ਲਾ ਕਰਕੇ ਗੁਰੂ ਸਾਹਿਬ ਦੀ ਚਰਨ ਪਹੁਲ ਪ੍ਰਾਪਤ ਕਰਕੇ ਗੁਰੂ ਸਾਹਿਬ ਤੋਂ ਗੁਰਸਿੱਖੀ ਦੀ ਦਾਤ ਲਈ, ਉਹਨਾਂ ਦੇ ਵੀ ਗੁਰੂ ਸਾਹਿਬ ਆਪ ਸਹਾਇਕ ਹੋਏ। ਤੇ ਉਹਨਾਂ ਨੂੰ ਸਮਝ ਆਈ, ਗੁਰੂ ਗੁਰੂ ਗੁਰ ਕਰ ਮਨ ਮੋਰ, ਗੁਰੂ ਬਿਨਾ ਮੈਂ ਨਾਹੀ ਹੋਰ। ਇਹੀ ਅੰਦਰੋਂ ਆਵਾਜ਼ ਆਉਂਦੀ ਹੈ, ਮਨਾ ਹੁਣ ਤੋਂ ਗੁਰੂ ਗੁਰੂ ਕਰ, ਹੁਣ ਤੋਂ ਵਾਹਿਗੁਰੂ ਵਾਹਿਗੁਰੂ ਆਪਣੀ ਰਸਨਾ ਤੋਂ ਕਹਿ। ਗੁਰੂ ਤੋਂ ਬਿਨਾ ਤੇਰਾ ਲੋਕ ਪਰਲੋਕ ਵਿੱਚ ਕੋਈ ਸਹਾਇਕ ਨਹੀਂ ਹੋਵੇਗਾ। ਇਸੇ ਤਰ੍ਹਾਂ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਜੋ ਖੰਡੇ ਬਾਟੇ ਦਾ ਅੰਮ੍ਰਿਤ ਤਿਆਰ ਕੀਤਾ, ਕਿ ਜਿੰਨੇ ਵੀ ਸਾਰੇ ਵਿਛੜੇ ਹੋਏ ਨੇ, ਇਹ ਸਾਰੇ ਵਿਛੜੇ ਹੋਇਆਂ ਨੂੰ ਇੱਕ ਜਗ੍ਹਾ ਤੇ ਇਕੱਤਰ ਕੀਤਾ ਜਾਵੇ। ਇੱਕ ਅੰਮ੍ਰਿਤ ਦਾ ਵਾਟਾ ਤਿਆਰ ਕਰਕੇ ਜੋ ਵਿਛੜੇ ਆ ਉਹਨਾਂ ਨੂੰ ਪ੍ਰਭੂ ਚਰਨਾਂ ਦੇ ਕਮਲਾਂ ਵਿੱਚ ਫਿਰ ਜੋੜਿਆ ਜਾਵੇ। ਇਸ ਕਰਕੇ ਜੋ ਗੁਰੂ ਸਾਹਿਬ ਦੇ ਚਰਨ ਸ਼ਰਨ ਵਿੱਚ ਆਉਂਦੇ ਆ, ਉਹਨਾਂ ਨੂੰ ਖੰਡੇ ਬਾਟੇ ਦਾ ਅੰਮ੍ਰਿਤ ਛਕਾਇਆ ਗਿਆ। ਤੇ ਗੁਰੂ ਸਾਹਿਬ ਨੇ ਜਿੱਥੇ ਪਰਲੋਕ ਨੂੰ ਸਵਾਰਿਆ, ਤੇ ਆਹ ਲੋਕ ਵੀ ਆਪਣੇ ਪਿਆਰਿਆਂ ਦਾ ਸਵਾਰ ਦਿੱਤਾ। ਉਹਨਾਂ ਦੇ ਦੁੱਖ ਰੋਗ ਗੁਰੂ ਸਾਹਿਬ ਨੇ ਦੂਰ ਕਰ ਦਿੱਤੇ। ਤੇ ਸਾਧ ਸੰਗਤ ਪ੍ਰਤੱਖ ਤੌਰ ਤੇ ਵੀ ਅੱਜ ਕੱਲ੍ਹ ਦੇ ਸਮੇਂ ਵੀ ਇਹ ਮਿਲਦੇ ਨੇ ਕਿ ਕਈਆਂ ਨੂੰ ਕਿਸੇ ਤਰ੍ਹਾਂ ਦਾ ਰੋਗ ਹੈ, ਕਿਸੇ ਤਰ੍ਹਾਂ ਦਾ ਰੋਗ ਹੈ, ਪਰ ਜਦੋਂ ਬਾਣੀ ਪੜ੍ਹਨ ਲੱਗ ਜਾਂਦਾ ਹੈ, ਸਿਮਰਨ ਕਰਨ ਲੱਗ ਜਾਂਦਾ ਹੈ, ਅੰਮ੍ਰਿਤ ਛਕ ਲੈਂਦਾ ਹੈ, ਗੁਰੂ ਉਹ 'ਤੇ ਕਿਰਪਾ ਕਰ ਦਿੰਦਾ ਹੈ। ਗੁਰੂ ਨੇ ਕਿਰਪਾ ਕੀਤੀ ਵੀ ਆ। ਜਿਵੇਂ ਆਪ ਜਾਣਦੇ ਹੋ ਕਿ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਕਿਸ ਤਰ੍ਹਾਂ ਦੇ ਰੋਗੀ ਜਾਂਦੇ ਨੇ ਤੇ ਗੁਰੂ ਚਰਨਾਂ ਤੋਂ ਠੀਕ ਹੋ ਕੇ ਆਉਂਦੇ ਨੇ। ਇਸੇ ਤਰ੍ਹਾਂ ਸਾਧ ਸੰਗਤ ਜੀ ਜਦੋਂ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ, ਜੋ ਮਾਲਵੇ ਦਾ ਰਹਿਣ ਵਾਲਾ ਭਾਈ ਦਾਨਾ ਸੀ, ਉਸ ਨੂੰ ਸੁਤੇ ਸਿੱਧ ਬਚਨ ਹੋਇਆ ਕਿ ਭਾਈ ਦਾਨਾ ਜੀ, ਹੁਣ ਤੂੰ ਖੰਡੇ ਬਾਟੇ ਦਾ ਅੰਮ੍ਰਿਤ ਛਕ ਲੈ, ਤੇ ਇਹ ਜਿਹੜਾ ਤੰਬਾਕੂ ਹੈ ਇਸ ਨੂੰ ਛੱਡ ਦੇ, ਇਹਨੂੰ ਛੱਡ ਕੇ ਹੁਣ ਤੂੰ ਅੰਮ੍ਰਿਤ ਛਕ। ਤੇ ਸਾਧ ਸੰਗਤ ਉਹਨੇ ਗੁਰੂ ਸਾਹਿਬ ਨੂੰ ਬੇਨਤੀ ਕੀਤੀ, ਮਹਾਰਾਜ ਇਹ ਖੰਡੇ ਬਾਟੇ ਦਾ ਜਿਹੜਾ ਅੰਮ੍ਰਿਤ ਹੈ ਇਹ ਤੇ ਮੈਂ ਛਕ ਲਾਂਗਾ, ਪਰ
पेट दे विच अफारे दा रोग है, जे इहनूं छड्ड दिना ते अफारा हो जाता है। ते साध संगत धन श्री गुरु गोबिंद सिंह महाराज जी का वचन होया, भाई दाना जी तू तंबाकू छड्ड के गुरु की रहत रख, मर्यादा रख, बाणी पढ़िया कर, ये तंबाकू वर्गे बेकार नशियां नूं छड्ड दे, तेरे गुरु सहायक होएगा, तेरा दुख कट्टिया जाएगा। तो साध संगत जी भाई दाना जी ते जदों गुरु साहब दा तां एक वचन होना है, कृपा कटाक्ष अवलोकन कीनो दास का दुख विदारिओ, ते किरपामई दृष्टि दे नाल तक लैण ते दास दा दुख दूर कर दिंदे आ। ते गुरु गोबिंद सिंह महाराज ने बख्शिश की। ते फिर जदों वचन आया भाई केस दाढ़ी रख लै, ते ओहदे सिर दे उपर केस नहीं सन, दाड़ा बहुत बड़ा प्रकाश सी। ते आखण लग्या महाराज आप जी कृपा कर दिओ, सिर दे उपर केस रखण दी की लोड़ है, ते दाड़ा मेरा प्रकाश है, मैनू अमृत छका दिओ। ते गुरु साहब दा वचन होया, नहीं भाई दाना जी जे अमृत छकावांगे ते तैनूं अपने सिर दे केस रखने पैणगे, ये मर्यादा तैनूं रखनी पैनी है। ते ਉਹ ਸੁਤੇ ਸਿੱਧ ਕਹਿਣ ਲੱਗਿਆ, क्योंकि ਉਹਦਾ भी ਸੁਭਾਅ ਜਿਹੜਾ सरल ਸੁਭਾਅ ਸੀ, ਸਿੱਧਾ ਸੁਭਾਅ ਸੀ। ਤੇ ਬੇਨਤੀ ਕਰਨ ਲੱਗਿਆ महाराज जे आ ਜਿਹੜੇ सिर ਦੇ केस आ ਇਹ ਰੱਖਣ ਦੀ ਕੀ ਲੋੜ ਹੈ, ਤੁਸੀਂ ਮੇਰੇ ਆ ਦਾੜੀ ਦੇ केस ਪ੍ਰਵਾਨ ਕਰੋ। ਤੇ ਸਾਧ ਸੰਗਤ ਵਚਨ ਹੋਇਆ कि जेकर भाई कोई गुरसिख भुल करदा है, गलती करदा है, कोई कर्म ऐसा हो जाता है, उन्हों किते भुल भुलेखे कोई नरकां च पा देवे ना, तो असीं अपने केसां दी निशानी देख के उन्होंने नरकां चों भी बाहर कढ़ लैंदे आ, क्योंकि केस गुरु की मोहर हन। ते भाई दाना जी कहण लगे महाराज जदों शरीर ही इत्थे सड़ जाना है तो फिर केस ते आगाह नहीं जाते। तो साध संगत जी भी आ जिहड़े केस है ये तो जिवें लकड़ां दा कोई तोल बन्निया होवे ते वो सारे दा सारा सड़ जाता है। केस जरे जैसे घास का फूला, जिवें घाह बड़ी छेती सड़ जाता है, केस ते इसे तरह सड़ जाते हैं। ते महाराज फिर केस किवें नाल जाणगे, केसां दी की लोड़ है। ते श्री गुरु गोबिंद सिंह महाराज जी उन्हां दे फिर वचन होए कि भाई ये केस गुरु की मोहर है, ते केस रखने बहुत जरूरी हैं। ते नाल नाल साध संगत माल कौस की वार दे विच 10वें ग्रंथ साहब दे विच वचन आउंदा है, बिन केसा सिर कुटियन चिंघारै कौन छड़ाई है। ते धन श्री गुरु गोबिंद सिंह महाराज ने उस समय भाई दाना जी नूं वचन कीता अपनियां अखां बंद कर। जदों नेत्र बंद कीते ना ते फिर सारे नरक दा दृश्य दिखाया कि देख भाई जीव किवें तड़पदे आ, किवें दुखी होंदे आ, उन्हां दा की हाल है। ते जिन्हां ने केस नहीं रखे, मर्यादा नहीं रखी, वो जीव किवें तड़प रहे आ, ते उन्हां दी जिहड़ी हालत है, जिवें वचन आउंदा ना गुरबाणी च, तापत थम गल लाया, तपदे होए थम्मां दे नाल उन्हां नूं लाया जांदा है, उन्हां दे सूखम शरीरां नूं, उन्हां नूं सजावां दित्तियां जा रहीआं ने सूखम शरीरां नूं। ते साध संगत भाई दाना जी उस समय मन दे विच घबरा गया, नेत्र खोले तां सतगुरु जी दे चरण फड़ लए, क्योंकि जिहड़ा सुरग है वो भी इत्थे भी है। सुरग दा अर्थ सुख है, नरक दा अर्थ दुख है, दुख इत्थे भी है, सुख दुख इत्थे भी है।
पर शरीर त्यागण तो बाद भी नरक सुरग ने सुख दुख ने। सचखंड इत्थे भी आ ते सचखंड अगां भी आ। साडे आ शरीर वास्ते भी सचखंड है ते साडे सूखम शरीर वास्ते भी सचखंड है। इस करके साध संगत जिवें विचारिया सी आपां कि जिहड़ा वाल्मीक है वो भी बड़े पाप करदा सी ते राहियां पांधियां नूं लुटदा हुंदा सी ते ओनूं भी ज्ञान नहीं सी आ रहा, सोझी नहीं सी आ रही ते थोड़े जे 4 आनियां वास्ते 4 टकियां वास्ते वो मार दिंदा सी राही पांधी नूं। पर जदों गौतम वर्गे रिखी ओनूं मिले, उन्हां दे उत्ते अपना कुहाड़ा चुक्या ते उन्हां ने नहीं कहा भी साडे ना मार। उन्हां ने भी समझाया कि भाई जे तेरे मन विच है तो साडे उत्ते कुहाड़े दा वार कर, पर चेता रखी ये जिहड़ा सानू मारेगा, रिखियां नूं मारेगा, ब्राह्मण नूं मारेगा, ये हत्या दा पाप तैनूं लगना है ते कीते होए कर्म दा जो फल है वो तैनूं ही भोगना पएगा ते तेरा जिहड़ा परिवार है वो तेरे नाल सहायता नहीं करेगा। ये पापां दे विच, ये परलोक दे विच। ते उन्हें पुछया सी कि परलोक दा हाल कैसा हुंदा है, एवें आखी जाने हो। उन्होंने नेत्र बंद करवाए ते वो सारा हाल नरकां दा उन्होंने दिखाया। इस तरह जीव नरकां दे विच तपदे आ, वो दुखी हुंदे आ ते साध संगत देख के फिर वो डरिया सी ते कहण लग्या सी कि जिहड़े मेरे परिवार दे मैंबर आ उन्हां वास्ते तां मैं मेहनत करदा, कमाई करदा, उन्हां वास्ते तां मैं पाप करदा, मेरे नाल सहायक होणगे। तां फिर जदों घर गया जाके पुछदा है, मां नूं पुछया, उन्होंने कहा नहीं असीं किवें तेरी सहायता करांगे। घर वाली नूं पुछया, बच्चों नूं पुछया, वो कहण लगे सानूं ते कितों भी लैके आ, चोर तो लैके आ, साध तो लैके आ, सानूं ते केवल माया चाहिदी है, सानूं ते केवल अनाज चाहिदा है, सानूं ते भोजन चाहिदा है। वो तेरी जिम्मेदारी आ, असीं तेरे नाल पापां दे भागी किवें बनांगे। हालांकि हिस्सा वो भी खांदे आ ते वो भी नाल इहदे विच फल भोगणगे, खाण वाले भी फल भोगणगे। पर साध संगत उन्होंने इनकार करता, जिस तो वाल्मीकि नूं ये ज्ञान होया भी मेरा इस संसार विच कोई नहीं है, जिन्ने पाप कीते आ ये सारे मैनूं भोगणे पैणगे। तां इस करके जिन्ने पाप कीते ने फरीदा जेते पाप किए राखे तलै तुराए। ये सारे पाप छुपे हुए ने, पर जदों प्रगट होणगे हिसाब भी ते मैनूं देना पैना। इस करके उन्हां महापुरखां दी, उन्हां साधुआं दी संगत विच चरनां दे विच पै गया सी, मैनूं बचा लो, मैनूं रख लो। ते फिर ही उन्हां रिशियां ने उसनूं उपदेश दिता सी कि भाई मरा मरा दा सिमरन कर, भजन कर, बंदगी कर। ते उसने उहदा अभ्यास शुरू कर दिता ते हौली हौली मरा मरा जपदा रहा राम राम शब्द, ਉਹਦੇ ਵਿੱਚੋਂ ਧੁਨ ਮਿੱਠੀ ਨਿਕਲੀ, ਅੰਦਰ ਆਨੰਦ ਬਣਿਆ, ਅੰਦਰ ਉਹ ਬ੍ਰਹਮ ਦਾ ਗਿਆਨ ਹੋਇਆ। ਤਾਂ ਜਿਸ ਨੇ ਸ੍ਰੀ ਰਾਮਚੰਦਰ ਜੀ ਤੋਂ ਪਹਿਲਾਂ ਹੀ ਰਾਮਾਇਣ ਦੀ ਰਚਨਾ ਕਰ ਦਿੱਤੀ, ਜਿਹਨੂੰ ਸਾਰਾ ਗਿਆਨ ਹੋ ਗਿਆ ਤੇ ਇੰਨੀ ਇਹ ਨਾਮ ਦੀ ਸਮਰੱਥਾ ਸ਼ਕਤੀ ਕਿ ਜਿਹਨੂੰ ਲੋਕ ਚੰਡਾਲ ਕਹਿੰਦੇ ਸੀ, ਜਿਹਨੂੰ ਲੋਕ ਸੂਦਰ ਵੈਸ ਕਹਿੰਦੇ ਸੀ, ਤੇ ਜਿਹੜੇ ਮੌਕੇ ਦੇ ਰਾਜੇ ਸੂਦਰ ਵੈਸ ਨੂੰ ਆਪਣੇ ਨੇੜੇ ਨਹੀਂ ਸੀ ਆਉਣ ਦਿੰਦੇ, ਪਰ ਉਹ ਉਹਨੂੰ ਉੱਚੇ ਆਸਨਾਂ 'ਤੇ ਬਿਠਾਉਣ ਲੱਗ ਪਏ। ਤਾਂ ਇਸ ਕਰਕੇ ਸਾਧ ਸੰਗਤ ਜੀ, ਜਿਵੇਂ ਸ਼ਾਸਤਰ ਕਰਤਾ ਦਾ ਗਿਆਨ ਬਚਨ ਹੈ, ਕਹਿੰਦੇ ਜਾਹੇ ਧਨੀ ਪਹੁੰਚੈ ਨਹੀਂ ਤਾਹੇ ਪਹੁੰਚੈ ਵਿਦਵਾਨ। ਕਹਿੰਦੇ ਭਾਈ ਜਿੱਥੇ ਧਨੀ ਪੁਰਸ਼ ਨਹੀਂ ਪਹੁੰਚ ਸਕਦਾ ਉੱਥੇ ਵਿਦਵਾਨ ਪੁਰਸ਼ ਪਹੁੰਚ ਸਕਦਾ ਹੈ। ਉੱਥੇ ਵਿਦਿਆ ਨੂੰ ਕਮਾਉਣ ਵਾਲਾ, ਆਪਣੇ ਗੁਰੂ ਦਾ ਮੰਤਰ ਕਮਾਉਣ ਵਾਲਾ, ਭਜਨ ਕਰਨ ਵਾਲਾ, ਬੰਦਗੀ ਵਾਲਾ, ਇਹ ਉੱਥੇ ਪਹੁੰਚ ਸਕਦਾ ਹੈ। ਕਿਉਂਕਿ ਵਿਦਵਾਨ ਦੇ ਬਹੁਤ ਸਾਰੇ ਅਰਥ ਹੁੰਦੇ,
ਸਿਆਣਾ ਪੁਰਸ਼, ਸਮਝ ਵਾਲਾ, ਅਕਲ ਵਾਲਾ, ਕਮਾਈ ਕਰਨ ਵਾਲਾ, ਹੋਰ ਬਹੁਤ ਸਾਰੇ ਅਰਥ ਨੇ। ਇਸੇ ਤਰ੍ਹਾਂ ਸਾਧ ਸੰਗਤ ਪਰ ਜਦੋਂ ਉਹਨੂੰ ਗਿਆਨ ਕਰਾਇਆ ਨਾ, ਤਾਂ ਹੀ ਫਿਰ ਉਹਨੂੰ ਸੋਝੀ ਆਈ ਵੀ ਮੈਂ ਹੁਣ ਸਿਮਰਨ ਕਰਾਂ। ਤੇ ਜਦੋਂ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਭਾਈ ਦਾਨਾ ਜੀ ਨੂੰ ਬਚਨ ਕੀਤਾ, ਉਹ ਸਾਰਾ ਹਾਲ ਦਿਖਾਇਆ, ਤੇ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਚਰਨਾਂ 'ਚ ਆ ਗਿਆ। ਬੇਨਤੀ ਕੀਤੀ, ਮਹਾਰਾਜ ਮੈਨੂੰ ਤੇ ਖੰਡੇ ਬਾਟੇ ਦਾ ਅੰਮ੍ਰਿਤ ਛਕਾ ਕੇ ਸਿੱਖ ਸਜਾਓ। ਇਹ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਫਿਰ ਉਹਨੂੰ ਖੰਡੇ ਬਾਟੇ ਦਾ ਅੰਮ੍ਰਿਤ ਛਕਾ ਕੇ ਭਾਈ ਦਾਨਾ ਤੋਂ ਉਸ ਦਾ ਨਾਮ ਭਾਈ ਦਾਨ ਸਿੰਘ ਰੱਖਿਆ। ਜਦੋਂ ਅੰਮ੍ਰਿਤ ਛਕਾਇਆ ਤੇ 5 ਜਿਹੜੇ ਕਕਾਰ ਹਨ ਉਹ ਗੁਰੂ ਸਾਹਿਬ ਨੇ ਉਸ ਨੂੰ ਪਹਿਨਾਏ ਤੇ ਬਚਨ ਕੀਤਾ ਕਿ ਭਾਈ ਇਹ ਜਿਹੜੇ ਕਕਾਰ ਹੈ ਆਪਣੇ ਤੋਂ ਪਾਸੇ ਨਹੀਂ ਕਰਨੇ, ਇਹਨਾਂ ਦੀ ਰਹਿਤ ਮਰਜ਼ਾਦਾ ਰੱਖਣੀ ਆ। ਤੇ ਭਾਈ ਦਾਨ ਸਿੰਘ ਜੀ ਕਹਿਣ ਲੱਗੇ, ਮਹਾਰਾਜ ਤੁਸੀਂ ਤਾਂ ਸਾਡੇ ਤੇ ਬਹੁਤ ਕਿਰਪਾ ਕਰ ਦਿੱਤੀ ਆ, ਬਹੁਤ ਬਖਸ਼ਿਸ਼ ਕਰ ਦਿੱਤੀ ਆ, ਤੇ ਹਜੇ ਤੱਕ ਵੀ ਕੋਈ ਮੈਨੂੰ ਬਾਹਰੀ ਮਰਜ਼ਾਦਾ ਰੱਖਣੀ ਪਵੇਗੀ। ਤੇ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਬਚਨ ਹੋਇਆ ਕਿ ਭਾਈ ਦਾਨ ਸਿੰਘ ਜੀ, ਇਹ ਜਿਹੜੀ ਬਾਹਰੀ ਮਰਜ਼ਾਦਾ ਹੈ ਇਹ ਵੀ ਬਹੁਤ ਜ਼ਰੂਰੀ ਆ। ਜਿਵੇਂ ਫਸਲ ਬੀਜਦੇ ਹਾਂ ਤੇ ਫਸਲ ਨੂੰ ਅਵਾਰਾ ਪਸ਼ੂਆਂ ਤੋਂ ਰੱਖਿਆ ਕਰਨ ਵਾਸਤੇ ਉਹਦੇ ਲਈ ਰਾਖੀ ਕਰਨੀ ਵੀ ਜ਼ਰੂਰੀ ਆ, ਪਹਿਰਾ ਦੇਣਾ ਵੀ ਜ਼ਰੂਰੀ ਆ, ਤੇ ਵਾੜ ਕਰਨੀ ਵੀ ਜ਼ਰੂਰੀ ਹੁੰਦੀ ਆ। ਬਚਨ ਸਮਝਾਇਆ, ਇਹ ਸ਼ੁਭ ਗੁਣਾਂ ਦੀ ਖੇਤੀ ਆ ਭਾਈ, ਤੇ ਇਸ ਸ਼ੁਭ ਗੁਣਾਂ ਦੀ ਅਧਿਆਤਮਿਕ ਖੇਤੀ ਨੂੰ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਅਤੇ ਵਿਕਾਰਾਂ ਰੂਪ ਜਾਨਵਰਾਂ ਤੋਂ ਬਚਾਉਣ ਵਾਸਤੇ ਰਾਖੀ ਕਰਨੀ ਜ਼ਰੂਰੀ ਆ, ਪਹਿਰਾ ਦੇਣਾ ਜ਼ਰੂਰੀ ਆ, ਵਾੜ ਕਰਨੀ ਜ਼ਰੂਰੀ ਆ। ਭਾਵ ਇਹ ਰਹਿਤ ਮਰਜ਼ਾਦਾ ਤੁਹਾਨੂੰ ਰੱਖਣੀ ਪੈਣੀ ਆ। ਤੇ ਬਚਨ ਕੀਤਾ ਕਿ ਅਸੀਂ ਆਪ ਸ੍ਰੀ ਸਾਹਿਬ ਆਪਣੇ ਤਨ ਨਾਲੋਂ ਵੱਖਰਾ ਨਹੀਂ ਕਰਦੇ, ਅਸੀਂ ਆਪ ਸ਼ਸਤਰਧਾਰੀ ਹੋ ਕੇ ਰਹਿੰਦੇ ਹਾਂ, ਕਛਹਿਰਾ ਪਹਿਨਦੇ ਹਾਂ, ਕੜਾ ਪਹਿਨਦੇ ਹਾਂ, ਮਰਜ਼ਾਦਾ ਰੱਖਦੇ ਹਾਂ। ਤੇ ਭਾਈ ਦਾਨ ਸਿੰਘ ਜੀ ਇਹ ਵਿਕਾਰਾਂ ਰੂਪ ਪਸ਼ੂਆਂ ਤੋਂ ਬਚਾਅ ਕਰਨ ਵਾਸਤੇ ਤੁਹਾਨੂੰ ਇਹ ਮਰਜ਼ਾਦਾ ਰੱਖਣੀ ਪੈਣੀ ਆ। ਜੇ ਤੁਸੀਂ ਇਹ ਨਾਮ ਦੀ ਕਮਾਈ ਕਰੋਗੇ, ਗੁਰਸਿੱਖੀ ਦੀ ਕਮਾਈ ਕਰੋਗੇ, ਅੰਦਰੋਂ ਵੀ ਮਰਜ਼ਾਦਾ ਰੱਖੋਗੇ ਤੇ ਬਾਹਰੋਂ ਵੀ ਮਰਜ਼ਾਦਾ ਰੱਖੋਗੇ, ਤੇ ਤੁਹਾਡੇ ਜੀਵਨ ਨੂੰ ਦੇਖ ਕੇ ਬੇਅੰਤ ਪ੍ਰਾਣੀਆਂ ਨੇ ਆਪਣੀ ਰਹਿਤ ਰੱਖ ਕੇ ਮੋਕਸ਼ ਦੀ ਪ੍ਰਾਪਤੀ ਕਰਨੀ ਆ। ਤਾਂ ਸਾਧ ਸੰਗਤ ਭਾਈ ਦਾਨ ਸਿੰਘ ਤੇ ਗੁਰੂ ਸਾਹਿਬ ਨੇ ਕਿਰਪਾ ਕੀਤੀ। ਜਿੱਥੇ ਖੰਡੇ ਬਾਟੇ ਦਾ ਅੰਮ੍ਰਿਤ ਛਕਾਇਆ, ਉੱਥੇ ਜਿਹੜਾ ਅਫਾਰੇ ਦਾ ਰੋਗ ਸੀ ਉਹ ਵੀ ਗੁਰੂ ਸਾਹਿਬ ਨੇ ਕੱਟ ਦਿੱਤਾ, ਦੁਬਾਰਾ ਨਹੀਂ ਹੋਇਆ। ਉਹ ਇਹ ਰੋਗ ਕੱਟਿਆ, ਉੱਥੇ ਜਮਾਂ ਦਾ ਰੋਗ ਕੱਟ ਦਿੱਤਾ, ਨਰਕਾਂ ਦਾ ਰੋਗ ਕੱਟ ਦਿੱਤਾ, ਮਾਨੋ ਦੁੱਖਾਂ ਦਾ ਹੀ ਰੋਗ ਕੱਟ ਦਿੱਤਾ। ਤੇ ਭਾਈ ਦਾਨ ਸਿੰਘ ਜੀ ਨੇ ਗੁਰਸਿੱਖੀ ਵਿੱਚ ਰਹਿ ਕੇ ਆਨੰਦ ਦੀ ਅਵਸਥਾ 'ਚ, ਭਾਵ ਗੁਰੂ ਕੀ ਖੁਸ਼ੀ ਲੈ ਕੇ ਆਪਣਾ ਜੀਵਨ ਖੁਸ਼ੀ ਦੇ ਨਾਲ ਬਤੀਤ ਕੀਤਾ। ਹੋਰ ਵੀ ਬੇਅੰਤ ਦਾਤਾਂ ਗੁਰੂ ਸਾਹਿਬ ਨੇ ਭਾਈ ਦਾਨ ਸਿੰਘ ਜੀ ਨੂੰ ਬਖਸ਼ਿਸ਼ ਕੀਤੀਆਂ। ਤੇ ਸਾਧ ਸੰਗਤ ਜੀ, ਗੁਰੂ ਸਾਹਿਬ ਦਾ ਉਹਨਾਂ ਦੇ ਨਾਲ ਬਹੁਤ ਜ਼ਿਆਦਾ ਪ੍ਰੇਮ, ਗੁਰੂ ਸਾਹਿਬ ਦੀਆਂ ਬਹੁਤ ਬਖਸ਼ਿਸ਼ਾਂ ਉਹਨਾਂ ਨੇ ਪ੍ਰਾਪਤ ਕੀਤੀਆਂ ਨੇ। ਤਾਂ ਇਸੇ ਤਰ੍ਹਾਂ ਭਾਈ ਗੁਰੂ ਸਾਹਿਬ ਅੱਜ ਦੇ ਸਮੇਂ 'ਚ ਵੀ ਜਿਹੜੇ ਪੁਰਾਣੀ ਭਾਵਨਾ ਰੱਖਣਗੇ, ਸ਼ਰਧਾ ਰੱਖਣਗੇ, ਸਤਿਗੁਰ ਹੋਏ ਦਇਆਲ ਤਾਂ ਸ਼ਰਧਾ ਪੂਰੀ ਹੈ। ਜੇ ਸਤਿਗੁਰੂ ਦਇਆਲ ਹੋ ਜਾਣ ਤੇ ਭਾਈ ਸ਼ਰਧਾ ਵੀ ਪੂਰੀ ਹੁੰਦੀ ਹੈ। ਸ਼ਰਧਾ ਪੂਰੀ ਹੋ ਗਈ ਤੇ ਲੋਕ ਪਰਲੋਕ 'ਚ ਗੁਰੂ ਰਾਖਾ ਹੋ ਜਾਂਦੇ। ਉਹਨਾਂ ਟਾਈਮਾਂ 'ਚ ਵੀ ਗੁਰੂ ਆਪਣੇ ਸੇਵਕ ਸਿੱਖਾਂ ਦੇ ਸਹਾਇਕ ਹੋਏ ਜਿਨ੍ਹਾਂ ਨੇ ਗੁਰੂ ਦਾ ਬਚਨ ਮੰਨਿਆ। ਤੇ ਜੇ ਅੱਜ ਆਪਾਂ ਭਾਈ ਗੁਰੂ ਦਾ ਬਚਨ ਮੰਨਾਂਗੇ ਤੇ ਲੋੜ ਹੈ ਸਾਨੂੰ ਵੀ ਗੁਰੂ ਕਾ ਬਚਨ ਆਪਣੇ ਹਿਰਦੇ 'ਚ ਵਸਾਉਣ ਦੀ। ਜੇ ਅੱਜ ਆਪਾਂ ਗੁਰੂ ਕੇ ਰਹਿਤ ਕੇਸ ਰੱਖਾਂਗੇ, ਸ਼ਸਤਰਧਾਰੀ ਹੋਵਾਂਗੇ, ਮਰਜ਼ਾਦਾ ਰੱਖਾਂਗੇ, ਭਾਵਨਾ ਸ਼ਰਧਾ ਸਤਿਗੁਰਾਂ ਤੇ ਰੱਖ ਕੇ
विश्वास रख के खंडे बाटे का अमृत छकांगे तो गुरु अज इत्थे इस लोक विच भी साडे सहायक होणगे। जिवें भाई दान सिंह जी दे ऐस लोक च सहायक होए, उहदा दुख कट दिता, इत्थे भी सहायक होए, चढ़दी कला बख्शिश कर दित्ती, घरां विच भी खुशियां दे भंडारे भर दिते। ते गुरु फिर इत्थे भी साडे सहायक होवेगा ते गुरु साडे परलोक दे विच भी सहायक होएगा। उत्थे भी धर्म राय दर कागज फारे, जब नानक लेखा समझा धर्म राय कागज पाड़ देवेगा। इहदा ते लेखा आप गुरु नानक देव ने समझिया। भाव इत्थे गुरु नानक देव जी का सिख है, मैं तो हिसाब नहीं मंग सकदा। जम टेढ़ी नज़र नाल साडे वल तक नहीं सकेगा। इस करके भाई टेढ़िया जोना तो भी गुरु सानू बचाउंदा है। जिवें साध संगत जी गुर मंत्र हीनस जो प्राणी, त्रिघंत जालम भ्रष्टन है। ते भाई जिहड़ा गुरु दे वचन तो गुरु दी सिੱਖੀ तो वांझा है, उहदे जीवन बारे कहा गया है भाई गुरु दे मंत्र तो जो हीना प्राणी है, उहदा जन्म भाई त्रिघार दे जोग है। सूकर है, कुकर है, गर्दब है, कक है, सर्पन है, तुल खल है, अनेक जूना दे विच इस मानस जन्म नूं धार के भी भरमदा है। ते पहला भी इन्निया जूना भोग के आउंदा है, अगां भी जूना च पै सकदा है। इस करके भाई सानू गुरु का वचन बसै जी नाले, जिहड़ा वचन है गुरु का वचन बसै जी नाले, गुरु का वचन साडे लोक परलोक विच सहायक हुंदा है। जल नहीं डूबै तस्कर नहीं लेवै, भाहे ना साकै जाले। ना उन्होंने जल डबो सकदा है, ना उन्होंने अग साड़ सकदी आ, ते ना ही कोई चोर उन्होंने चुरा सकदा है। बाहरी धन साडा चोर चुरा सकदा है, बाहरी धन अग साड़ सकदी आ, जल विच डुब सकदा है। पर कहंदे भाई परमात्मा दा जिहड़ा वाहिगुरू रूपी धन है, आ सेवा जिहड़ी तुसीं करदे हो, आ सेवा सिमरन रूपी जिहड़ा धन है, इहनूं कोई नहीं खो सकदा। ये तुहाडे सारियां दे नाल आपां जिन्ने भी हाँ, जिहड़े भी आपां सेवा सिमरन करांगे, साडे लोक परलोक विच ये सेवा सिमरन साडे सहायक होवेगा। इस करके भाई विसाखी का दिहाड़ा आ रहा है, गुरु साहब बहुत कृपा कर रहे हैं। इस करके जरूर खंडे बाटे का अमृत छक के गुरु की खुशियां प्राप्त करिए, गुरु चरणों के नाल जुड़िए, अपने इस मनुखा जन्म को सफल करिए जो बार बार सानू प्राप्त नहीं हुंदा। सो रहत मर्यादा रखिए, नितनेम दे धारनी होए हो के बाणा बाणी दे धारनी होइए। सो विचार करदिआं तो बेअंत भुलां दी खिमा। समूह साध संगत ते सतगुरु महाराज बख्शण योग ने, दास खिमा दा जाचक है जी। वाहिगुरू जी का खालसा, वाहिगुरू जी की फतेह। वाहिगुरू वाहिगुरू। वाहिगुरू वाहिगुरू। वाहिगुरू वाहिगुरू। वाहिगुरू वाहिगुरू। वाहिगुरू वाहिगुरू। वाहिगुरू वाहिगुरू। सतनाम श्री वाहिगुरू साहिब जी। राम कली महला तीजा। आनंद एक ओंकार सतगुर प्रसाद।
आनंद पाया मेरी माए, सतगुरु मैं पाया। सतगुर ता पाया सहज सहती, मन वजियां वाधाइयां। राग रतन पैरवार भरियां, शब्द गावण आइयां। सब दोता गावो हरि के रामन जिनी वसाया। कह नानक आनंद हुआ, सतगुरु मैं पाया। ए मन मेरे तू सदा रहूं हर नाले, हर नाल रहो तू मन मेरे दुख सब विसारना। अंगीकार ओ करे तेरा कारज सब सवारना। सबना गलां समरथ स्वामी, सो क्यों मनो विसारे। कह नानक मन मेरे सदा रहूं हर नाले। साजे साहिबा क्या नाही करते रह, करता तेरा सब किछ है जिस देह सो पावे। सदा सिफत सलाह तेरी नाम मन वसावे। नाम जिनकै मन वसिया, बाजे शब्द कनेरे। कह नानक सच्चे साहिब क्या नाही करते रह। साचा नाम मेरा आधारो, साच नाम आधार मेरा। जिन भुखा सब गवाइयां, कर शांत सुख मन आए वसिया। जिन इच्छा सब पुजाइयां, सदा कुर्बान कीता गुरु बिटो जिस दियां ए वड्याइयां। कह नानक सुन हो संतो शब्द तरो प्यारो। साचा नाम मेरा आधारो, बाजे पंच शब्द तित कर सुभागै। कर सुभागै शब्द बाजे, कला जित कर धारिया। पंच दोत तुद वस कीते, काल कंटक मारिया। तुद करम पाया तुद जिनको से, नाम हर कै लागे। कह नानक तह सुख होआ, तित कर अनहद वाजे। आनंद सुन हो बड़ भागी हो, सगल मनोरथ पूरे। पार ब्रह्म प्रपाया, उतरे सगल विसूरे। दुख रोग संताप उतरे, सुनी सच्ची बाणी। संत साधु कहे ससे पूरे, गुर ते जानी। सुनते पुनीत कहते पवित, सतगुर रहया भरपूरे। बिनवंत नानक गुर चरण लागे, बाजे अनहद तूरे। सुनते पुनीत कहते पवित, सतगुर रहया भरपूरे। बिनवंत नानक गुर चरण लागे, बाजे अनहद तूरे। वाहिगुरु जी का खालसा, वाहिगुरु जी की फतेह। तू ठाकुर तुम